ਹੈਲੋ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ 'ਤੇ। ਅੱਜ ਆਪਾਂ ਤੁਹਾਡੇ ਲਈ SST ਮਾਸਟਰ ਕੇਡਰ ਦੀ ਇੱਕ ਨਵੀਂ ਕਲਾਸ ਲੈ ਕੇ ਹਾਜ਼ਰ ਹੋਏ ਹਾਂ। ਇਸ ਕਲਾਸ ਦੇ ਵਿੱਚ ਆਪਾਂ ਤੁਗਲਕ ਡਾਇਨੈਸਟੀ ਬਾਰੇ ਇੱਕ ਫੈਕਟ ਪੂਰੇ ਡਿਟੇਲ ਦੇ ਵਿੱਚ ਕਵਰ ਕਰਾਂਗੇ। ਤਾਂ ਸੈਸ਼ਨ ਨੂੰ ਲਾਸਟ ਤੱਕ ਦੇਖਿਓ, ਇੱਕ ਵੀ ਫੈਕਟ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਆਪਣੇ SST ਮਾਸਟਰ ਕੇਡਰ ਦੇ ਕਈ ਸੈਸ਼ਨ ਆਲਰੇਡੀ ਅਪਲੋਡ ਹੋ ਚੁੱਕੇ ਨੇ, ਜਿਨ੍ਹਾਂ ਦੇ ਵਿੱਚ ਆਪਾਂ ਇੱਕ ਟੌਪਿਕ ਪੂਰੇ ਡਿਟੇਲ ਦੇ ਵਿੱਚ ਕਵਰ ਕੀਤਾ ਹੈ। ਜੇਕਰ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਮੈਂ ਉਹਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਣਾ, ਤੁਸੀਂ ਜਾ ਕੇ ਦੇਖ ਲੈਣਾ। ਅਦਰਵਾਈਜ਼ ਤੁਸੀਂ ਆਪਣੇ ਚੈਨਲ 'ਤੇ ਵਿਜ਼ਿਟ ਕਰੋ, ਪਲੇਲਿਸਟ ਦੇ ਵਿੱਚ ਜਾਓ, ਉੱਥੇ ਤੁਹਾਨੂੰ ਆਲ ਸਬਜੈਕਟਸ ਦੀਆਂ ਵੀਡੀਓਜ਼ ਸੀਰੀਜ਼ ਵਾਈਜ਼ ਲੱਗੀਆਂ ਮਿਲ ਜਾਣਗੀਆਂ, ਜਾ ਕੇ ਦੇਖ ਸਕਦੇ ਹੋ ਅਤੇ ਆਪਣੀ ਤਿਆਰੀ ਵਧੀਆ ਤਰੀਕੇ ਨਾਲ ਕਰ ਸਕਦੇ ਹੋ। ਜੇਕਰ ਤੁਸੀਂ ਚਾਹੁੰਦੇ ਹੋ ਕਿ ਮੇਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੇ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ, ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਅਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ। ਅੱਜ ਦਾ ਜੋ ਆਪਣਾ ਸੈਸ਼ਨ ਹੈ, ਇਸ ਸੈਸ਼ਨ ਦੇ ਵਿੱਚ ਆਪਾਂ ਤੁਗਲਕ ਡਾਇਨੈਸਟੀ ਬਾਰੇ ਇੱਕ ਫੈਕਟ ਪੂਰੀ ਡਿਟੇਲ ਦੇ ਵਿੱਚ ਕਵਰ ਕਰਨ ਜਾ ਰਹੇ ਹਾਂ। ਤਾਂ ਸੈਸ਼ਨ ਨੂੰ ਐਂਡ ਤੱਕ ਜ਼ਰੂਰ ਅਟੈਂਡ ਕਰਿਓ, ਕਿਉਂਕਿ ਇਹਨਾਂ ਦੇ ਵਿੱਚੋਂ ਕੋਈ ਵੀ ਕੁਐਸਚਨ ਤੁਹਾਨੂੰ ਡਾਇਰੈਕਟ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦਾ। ਤਾਂ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਸੈਸ਼ਨ ਅੱਜ ਦੀ ਪਹਿਲੀ ਸਲਾਈਡ ਦੇ ਨਾਲ। ਅੱਜ ਆਪਾਂ ਤੁਗਲਕ ਡਾਇਨੈਸਟੀ ਬਾਰੇ ਪੂਰੀ ਡਿਟੇਲ ਦੇ ਵਿੱਚ ਪੜ੍ਹਾਂਗੇ। ਜੇਕਰ ਤੁਸੀਂ ਆਪਣੀ SST ਮਾਸਟਰ ਕੇਡਰ ਦੀ ਤਿਆਰੀ ਵਧੀਆ ਤਰੀਕੇ ਨਾਲ ਕਰਨਾ ਚਾਹੁੰਦੇ ਹੋ ਤਾਂ ਆਪਣਾ ਇੱਕ ਵੀ ਸੈਸ਼ਨ ਤੁਸੀਂ ਮਿਸ ਨਾ ਕਰਿਓ। ਜਿੰਨੇ ਵੀ ਸੈਸ਼ਨ ਆਪਣੇ ਇਸ ਤੋਂ ਪਹਿਲਾਂ ਅਪਲੋਡ ਹੋਏ ਨੇ ਉਹਦੇ ਵਿੱਚ ਆਪਾਂ ਕੰਟੀਨਿਊਸਲੀ ਚੱਲ ਰਹੇ ਹਾਂ। ਆਪਾਂ ਐਨਸ਼ੀਅੰਟ ਹਿਸਟਰੀ ਤੋਂ ਚੱਲੇ ਹਾਂ ਅਤੇ ਹੁਣ ਆਪਾਂ ਮੈਡੀਵਲ ਹਿਸਟਰੀ ਕਵਰ ਕਰ ਰਹੇ ਹਾਂ ਅਤੇ ਅੱਗੇ ਆਪਾਂ ਮਾਡਰਨ ਹਿਸਟਰੀ ਤੱਕ ਪਹੁੰਚਾਂਗੇ। ਠੀਕ ਹੈ ਜੀ। ਇਸ ਤੋਂ ਬਾਅਦ ਆਪਾਂ ਪੋਲਿਟੀ, ਜੋਗਰਾਫੀ, ਉਹ ਆਪਾਂ ਸਾਰੇ ਸਬਜੈਕਟ ਤੁਹਾਡੇ ਕਵਰ ਕਰਾਂਗੇ ਤੁਹਾਡੇ ਸਿਲੇਬਸ ਦੇ ਅਕੋਰਡਿੰਗ। ਜਿਵੇਂ ਤੁਹਾਡਾ ਸਿਲੇਬਸ ਹੈ, ਸਿਲੇਬਸ ਦੇ ਵਿੱਚ ਜੋ ਵੀ ਤੁਹਾਡਾ ਟੌਪਿਕ ਹੈ ਉਹ ਆਪਾਂ ਇਹਦੇ ਵਿੱਚ ਕਵਰ ਕਰ ਰਹੇ ਹਾਂ। ਠੀਕ ਹੈ ਜੀ। ਜੇਕਰ ਤੁਸੀਂ ਵਧੀਆ ਸਕੋਰ ਕਰਨਾ ਚਾਹੁੰਦੇ ਹੋ ਤਾਂ ਆਪਣੇ ਸਾਰੇ ਸੈਸ਼ਨ ਤੁਸੀਂ ਅਟੈਂਡ ਕਰਿਓ। ਆਪਣਾ ਜਿਹੜਾ ਸੈਸ਼ਨ ਹੈ ਇਹ ਸੋਮਵਾਰ ਨੂੰ ਅਪਲੋਡ ਹੁੰਦਾ ਸੁਬਾਹ 10 ਵਜੇ। ਠੀਕ ਹੈ ਜੀ। ਇਹ ਤੁਸੀਂ ਜ਼ਰੂਰ ਅਟੈਂਡ ਕਰਿਆ ਕਰੋ ਜੇਕਰ ਤੁਸੀਂ ਆਪਣੀ SST ਮਾਸਟਰ ਕੇਡਰ ਦੇ ਵਿੱਚੋਂ ਵਧੀਆ ਸਕੋਰ ਤੁਸੀਂ ਕਰਨਾ ਚਾਹੁੰਦੇ ਹੋ। ਠੀਕ ਹੈ ਜੀ। ਤਾਂ ਇਸ ਤੋਂ ਪਹਿਲਾਂ ਵੀ ਜਿੰਨੀਆਂ ਕਲਾਸਿਸ ਅਪਲੋਡ ਹੋਈਆਂ ਨੇ ਤੁਸੀਂ ਜ਼ਰੂਰ ਲਗਾਇਓ, ਤੁਹਾਡੇ ਲਈ ਬਹੁਤ ਇੰਪੋਰਟੈਂਟ ਨੇ, ਅਤੇ ਨੋਟਸ ਆਪਣੇ ਖੁਦ ਬਣਾਓ। ਤਾਂ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਸੈਸ਼ਨ। ਸਭ ਤੋਂ ਪਹਿਲਾ ਜਿਹੜਾ ਫੈਕਟ ਹੈ ਇਹਦਾ ਫਾਊਂਡਰ। ਠੀਕ ਹੈ ਜੀ। ਤੁਗਲਕ ਡਾਇਨੈਸਟੀ ਦਾ ਤੁਹਾਨੂੰ ਫਾਊਂਡਰ ਪੁੱਛਿਆ ਜਾਊ ਕਿ ਕੌਣ ਹੈ, ਤਾਂ ਇਹਦੇ ਫਾਊਂਡਰ ਦਾ ਨਾਮ ਹੈ ਗਿਆਸੁਦੀਨ ਤੁਗਲਕ। ਠੀਕ ਹੈ ਜੀ। ਬਹੁਤ ਇੰਪੋਰਟੈਂਟ ਹੈ, ਪੁੱਛਿਆ ਜਾਊ ਤੁਹਾਨੂੰ। ਤਾਂ ਗਿਆਸੁਦੀਨ ਤੁਗਲਕ ਨੇ ਇੱਕ ਟਾਈਟਲ ਐਕਸੈਪਟ ਕੀਤਾ ਸੀ ਗਾਜ਼ੀ ਦਾ। ਠੀਕ ਹੈ ਜੀ। ਇਹ ਕਈ ਵਾਰ ਕੁਐਸਚਨ ਆਇਆ ਹੋਇਆ ਕਿ ਉਹ ਕਿਹੜਾ ਦਿੱਲੀ ਸਲਤਨਤ ਦਾ ਕਿਹੜਾ ਮੁਗਲ ਬਾਦਸ਼ਾਹ ਜਿਹਨੇ ਗਾਜ਼ੀ ਦਾ ਟਾਈਟਲ ਐਕਸੈਪਟ ਕੀਤਾ ਸੀ, ਤਾਂ ਉਹਦਾ ਨਾਮ ਹੈ ਗਿਆਸੁਦੀਨ ਤੁਗਲਕ। ਠੀਕ ਹੈ ਜੀ। ਤਾਂ ਦਿੱਲੀ ਸਲਤਨਤ ਦੇ ਬਾਰੇ ਮੈਂ ਤੁਹਾਨੂੰ ਤੁਹਾਡੀ ਜਿਹੜੀ ਰਿਮਾਈਂਡਰ ਹੈ, ਤੁਹਾਡਾ ਪ੍ਰੀਵੀਅਸ ਤੁਹਾਡੀ ਜਾਣਕਾਰੀ ਹੈ, ਉਹ ਵੀ ਤੁਹਾਨੂੰ ਮੈਂ ਥੋੜ੍ਹੀ ਜਿਹੀ ਯਾਦ ਕਰਵਾ ਦਾਂ। ਦਿੱਲੀ ਸਲਤਨਤ ਆਪਣੀ ਕਦੋਂ ਸਟਾਰਟ ਹੁੰਦੀ ਹੈ? 1206 ਤੋਂ। ਠੀਕ ਹੈ ਜੀ। ਤਾਂ 1206 ਤੋਂ ਸਟਾਰਟ ਹੁੰਦੀ ਹੈ ਅਤੇ ਕਦੋਂ ਤੱਕ ਚੱਲਦੀ ਹੈ? 1526 ਤੱਕ। ਇਹਦੇ ਵਿੱਚ ਆਪਣੀ ਸਲੇਬ, ਖਿਲਜੀ, ਤੁਗਲਕ, ਸੈਯਦ ਅਤੇ ਲੋਧੀ। ਠੀਕ ਹੈ ਜੀ। ਤਾਂ ਇਹ 5 ਡਾਇਨੈਸਟੀਜ਼ ਨੇ ਰਾਜ ਕੀਤਾ 1206 ਤੋਂ ਲੈ ਕੇ 1526 ਈਸਵੀ ਤੱਕ। ਸਲੇਬ, ਖਿਲਜੀ, ਤੁਗਲਕ, ਸੈਯਦ, ਲੋਧੀ, ਇਹਨੂੰ ਇਸੇ ਆਰਡਰ ਦੇ ਵਿੱਚ ਤੁਸੀਂ ਯਾਦ ਰੱਖਣਾ, ਕਿਉਂਕਿ ਇਹ ਆਰਡਰ ਦੇ ਵਿੱਚੋਂ ਵੀ ਕੁਐਸਚਨ ਬਣ ਜਾਂਦਾ ਹੈ ਕਿ ਇਸ ਤੋਂ ਬਾਅਦ ਕਿਹੜੀ ਡਾਇਨੈਸਟੀ ਆਊਗੀ। ਠੀਕ ਹੈ ਜੀ। ਤਾਂ ਇਹ ਆਰਡਰ ਦੇ ਵਿੱਚੋਂ ਵੀ ਤੁਹਾਨੂੰ ਕੁਐਸਚਨ ਬਣੂਗਾ। ਤਾਂ 1206 ਤੋਂ ਲੈ ਕੇ 1526 ਤੱਕ ਜਿਹੜੇ ਤੁਹਾਨੂੰ ਡਾਇਨੈਸਟੀਜ਼ ਦਾ ਟਾਈਮ ਪੀਰੀਅਡ ਜ਼ਰੂਰ ਪੁੱਛ ਸਕਦੇ ਨੇ, ਬਟ ਤੁਹਾਨੂੰ ਕਿੰਗ ਦਾ ਟਾਈਮ ਪੀਰੀਅਡ ਨਹੀਂ ਪੁੱਛਣਗੇ। ਠੀਕ ਹੈ ਜੀ। ਇੱਥੋਂ ਕੋਈ ਵੀ ਅੱਜ ਤੱਕ ਕੁਐਸਚਨ ਨਹੀਂ ਆਇਆ। ਤਾਂ ਜਿਹੜਾ ਤੁਗਲਕ ਡਾਇਨੈਸਟੀ ਆਪਣੀ, ਇਹਦਾ ਟਾਈਮ ਪੀਰੀਅਡ ਕੀ ਹੈ? 1320 ਤੋਂ 1414। ਜਿਹੜੀ ਆਪਣੀ ਇਸ ਤੋਂ ਪਹਿਲਾਂ ਜਿਹੜੀ ਡਾਇਨੈਸਟੀ ਸੀ ਉਹ ਸੀਗੀ ਖਿਲਜੀ ਡਾਇਨੈਸਟੀ। ਤਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਕਲੀਅਰ ਕਰਦਾ ਕਿ ਸਭ ਤੋਂ ਘੱਟ ਟਾਈਮ ਜਿਹੜੀ ਰਾਜ ਕਰਨ ਵਾਲੀ ਡਾਇਨੈਸਟੀ ਹੈ ਉਹਦਾ ਨਾਮ ਹੈ ਖਿਲਜੀ ਡਾਇਨੈਸਟੀ। ਸਭ ਤੋਂ ਘੱਟ ਜਿਹੜਾ ਸਮਾਂ ਰਾਜ ਕੀਤਾ ਆਪਣੇ 'ਤੇ ਉਹ ਖਿਲਜੀਆਂ ਨੇ ਕੀਤਾ। ਠੀਕ ਹੈ ਜੀ। ਤਾਂ ਜੇ ਤੁਹਾਨੂੰ ਸਭ ਤੋਂ ਵੱਧ ਟਾਈਮ ਪੁੱਛਿਆ ਜਾਊ ਕਿ ਸਭ ਤੋਂ ਵੱਧ ਟਾਈਮ ਰਾਜ ਕਰਨ ਵਾਲੀ ਮਤਲਬ ਜਿਹੜੀ ਡਾਇਨੈਸਟੀ ਹੈ ਉਹ ਹੈ ਆਪਣੀ ਤੁਗਲਕ ਡਾਇਨੈਸਟੀ। ਇਹ ਯਾਦ ਰੱਖਿਓ, ਬਹੁਤ ਇੰਪੋਰਟੈਂਟ ਫੈਕਟ ਹੈ, ਪੁੱਛਿਆ ਜਾਂਦਾ ਬਹੁਤ ਵਾਰ। ਤਾਂ ਸਭ ਤੋਂ ਜ਼ਿਆਦਾ ਟਾਈਮ ਜਿਹੜੀ ਰਾਜ ਕਰਨ ਵਾਲੀ ਡਾਇਨੈਸਟੀ ਹੈ ਉਹ ਤੁਗਲਕ, ਅਤੇ ਜਿਹੜੀ ਸਭ ਤੋਂ ਘੱਟ ਟਾਈਮ ਰਾਜ ਕਰਨ ਵਾਲੀ ਹੈ ਉਹ ਹੈ ਖਿਲਜੀ ਡਾਇਨੈਸਟੀ, ਜਿਹੜੀ ਆਪਾਂ ਇਸ ਤੋਂ ਪ੍ਰੀਵੀਅਸ ਪੜ੍ਹ ਕੇ ਗਏ ਹਾਂ। ਤਾਂ ਉਹ ਪ੍ਰੀਵੀਅਸ ਸੈਸ਼ਨ ਵੀ ਆਪਣਾ ਤੁਸੀਂ ਜ਼ਰੂਰ ਅਟੈਂਡ ਕਰਿਓ। ਠੀਕ ਹੈ ਜੀ। ਇਹਦੇ ਵਿੱਚ ਜੋ ਆਪਾਂ ਪੜ੍ਹ ਰਹੇ ਹਾਂ ਆਪਾਂ ਸਿਰਫ ਪੁਆਇੰਟ ਟੂ ਪੁਆਇੰਟ ਆਪਾਂ ਗੱਲ ਕਰ ਰਹੇ ਹਾਂ। ਠੀਕ ਹੈ ਜੀ। ਜੋ ਤੁਹਾਡੇ ਪੇਪਰ ਦੇ ਪੁਆਇੰਟ ਆਫ ਵਿਊ ਦੇ ਨਾਲ ਰਿਲੇਟਡ ਨੇ। ਠੀਕ ਹੈ ਜੀ। ਤਾਂ ਹਾਰਡ ਵਰਕ ਦੇ ਨਾਲ ਤੁਹਾਡਾ ਸਮਾਰਟ ਵਰਕ ਬਹੁਤ ਜ਼ਰੂਰੀ ਹੈ, ਕਿਉਂਕਿ ਸਮਾਰਟ ਵਰਕ ਤੁਹਾਨੂੰ ਜਿਹੜਾ ਉਹ ਪੇਪਰ ਕਰੈਕ ਕਰਨ ਦਾ ਰਾਹ ਹੈ ਉਹ ਸਮਾਰਟ ਵਰਕ ਤੁਹਾਡੇ ਲਈ ਖੋਲ੍ਹਦਾ। ਠੀਕ ਹੈ ਜੀ। ਤਾਂ ਸਮਾਰਟ ਵਰਕ ਨਾਲ ਕਰੋ। ਸਮਾਰਟ ਵਰਕ ਕੀ ਹੈ ਕਿ ਸਿਰਫ ਉਹ ਫੈਕਟ ਪੜ੍ਹੋ ਜਿਹੜੇ ਤੁਹਾਨੂੰ ਲੱਗਦਾ ਕਿ ਇਹ ਵਾਰ-ਵਾਰ ਪੁੱਛੇ ਜਾ ਰਹੇ ਨੇ, ਉਹਨਾਂ ਨੂੰ ਪੂਰੇ ਡਿਟੇਲ ਦੇ ਵਿੱਚ ਕਵਰ ਕਰੋ। ਠੀਕ ਹੈ ਜੀ। ਤਾਂ ਸਭ ਤੋਂ ਪਹਿਲਾਂ ਆਪਾਂ ਪੜ੍ਹਿਆ ਇਹਦਾ ਫਾਊਂਡਰ ਜਿਹੜਾ ਕਿ ਹੈ ਗਿਆਸੁਦੀਨ ਤੁਗਲਕ। ਠੀਕ ਹੈ ਜੀ। ਇਹਨੇ ਐਕਸੈਪਟ ਕੀਤਾ ਟਾਈਟਲ ਗਾਜ਼ੀ ਦਾ। ਠੀਕ ਹੈ ਜੀ। ਇਹਦੇ ਬਾਰੇ ਆਪਾਂ ਜੇ ਕੁਛ ਹੋਰ ਵੀ ਮਤਲਬ ਜਾਣਕਾਰੀ ਇਕੱਠੀ ਕਰਨੀ ਹੈ ਤਾਂ ਆਪਾਂ ਕਰ ਸਕਦੇ ਹਾਂ, ਜਿਵੇਂ ਕਿ ਪੋਸਟਲ ਸਿਸਟਮ ਇਹਨੇ ਸਟਾਰਟ ਕੀਤਾ ਸੀ।
ਠੀਕ ਹੈ ਜੀ, ਜਿਵੇਂ ਕਿ ਡਾਕ ਵਿਵਸਥਾ ਜਿਹਨੂੰ ਆਪਾਂ ਕਹਿੰਦੇ ਹਾਂ, ਠੀਕ ਹੈ ਜੀ, ਪੋਸਟਲ ਸਿਸਟਮ, ਕੈਨਾਲ ਸਿਸਟਮ, ਕੈਨਾਲ ਯਾਨੀ ਕਿ ਜਿਹੜੇ ਆਪਾਂ ਸਿੰਚਾਈ ਕਰਦੇ ਹਾਂ, ਪਾਣੀ ਲਗਾਉਂਦੇ ਹਾਂ ਫਸਲਾਂ ਨੂੰ, ਤਾਂ ਕੈਨਾਲ ਮਤਲਬ ਨਹਿਰਾਂ ਵਗੈਰਾ ਇਹਨੇ ਬਣਵਾਈਆਂ ਸੀ, ਜਿਹੜਾ ਆਪਣਾ ਗਿਆਸੁਦੀਨ ਤੁਗਲਕ ਹੈ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਿਓ, ਕੈਨਾਲ ਇਹਨੇ ਬਣਵਾਈਆਂ ਸੀ, ਇਰੀਗੇਸ਼ਨ ਸਿਸਟਮ ਇਹਨੇ ਸਟਾਰਟ ਕਰਵਾਇਆ ਸੀ, ਪੋਸਟਲ ਸਿਸਟਮ ਇਹਨੇ ਸਟਾਰਟ ਕਰਵਾਇਆ ਸੀ। ਬਟ ਜਿਹੜਾ ਕੁਐਸਚਨ ਜ਼ਿਆਦਾ ਪੁੱਛਿਆ ਜਾਂਦਾ ਹੈ ਉਹ ਇਹ ਪੁੱਛਿਆ ਜਾਂਦਾ ਕਿ ਇਹਨੇ ਟਾਈਟਲ ਕਿਹੜਾ ਐਕਸੈਪਟ ਕੀਤਾ ਸੀ, ਤਾਂ ਗਾਜ਼ੀ ਦਾ ਟਾਈਟਲ ਇਹਨੇ ਐਕਸੈਪਟ ਕੀਤਾ ਸੀ। ਇਸ ਤੋਂ ਬਾਅਦ ਜਿਹੜਾ ਇਹਦਾ ਸਭ ਤੋਂ ਮੋਸਟ ਇਫੈਕਟਿਵ ਸੁਲਤਾਨ ਹੈ, ਮੋਸਟ ਮਤਲਬ ਜਿਹਦੇ ਬਾਰੇ ਕੁਐਸਚਨ ਪੁੱਛੇ ਜਾਂਦੇ ਨੇ, ਹਰ ਵਾਰ ਤੁਹਾਨੂੰ ਕੁਐਸਚਨ ਇੱਥੋਂ ਆਉਂਦੇ ਹੀ ਆਉਂਦੇ ਨੇ, ਤਾਂ ਉਹਦਾ ਨਾਮ ਹੈ ਮੁਹੰਮਦ ਬਿਨ ਤੁਗਲਕ, ਠੀਕ ਹੈ ਜੀ। ਇਹ ਰਾਜੇ ਦਾ ਨਾਮ ਤੁਸੀਂ ਯਾਦ ਰੱਖਿਓ, ਇਹ ਕਿੰਗ ਦਾ ਨਾਮ ਜਿਹੜਾ ਤੁਗਲਕ ਡਾਇਨੈਸਟੀ ਦਾ ਇਹ ਕਿੰਗ ਹੈ, ਮੁਹੰਮਦ ਬਿਨ ਤੁਗਲਕ, ਬਹੁਤ ਇੰਪੋਰਟੈਂਟ ਹੈ, ਇੱਥੋਂ ਹਰ ਵਾਰ ਕੁਐਸਚਨ ਤੁਹਾਨੂੰ ਪੁੱਛਿਆ ਹੀ ਜਾਂਦਾ, ਠੀਕ ਹੈ ਜੀ। ਤਾਂ ਸਭ ਤੋਂ ਪਹਿਲਾਂ ਇਹਦਾ ਓਰੀਜਨਲ ਨੇਮ ਤੁਹਾਨੂੰ ਪਤਾ ਹੋਣਾ ਚਾਹੀਦਾ, ਇਹਦਾ ਓਰੀਜਨਲ ਨੇਮ ਹੈ ਜੌਨਾ ਖਾਨ, ਠੀਕ ਹੈ ਜੀ। ਤਾਂ ਜੌਨਾ ਖਾਨ ਇਹਦਾ ਓਰੀਜਨਲ ਨੇਮ ਹੈ ਮੁਹੰਮਦ ਬਿਨ ਤੁਗਲਕ ਦਾ। ਤਾਂ ਦੂਸਰਾ ਜਿਹੜਾ ਇਹਦਾ ਆਪਣਾ ਪੁਆਇੰਟ ਹੈ, ਆਲਸੋ ਨੋਨ ਐਜ਼ ਵਾਈਜ਼ੈਸਟ ਫੂਲ ਔਰ ਮੈਡ ਕਿੰਗ, ਠੀਕ ਹੈ ਜੀ। ਇਹ ਇਹਨੂੰ ਕਿਉਂ ਕਿਹਾ ਜਾਂਦਾ ਸੀ, ਇਹ ਬੰਦਾ ਮਤਲਬ ਪੜ੍ਹਿਆ ਲਿਖਿਆ ਸੀ, ਬਹੁਤ ਜ਼ਿਆਦਾ ਇਹ ਬੰਦਾ ਪੜ੍ਹਿਆ ਲਿਖਿਆ ਸੀ, ਠੀਕ ਹੈ ਜੀ। ਇਹਨੂੰ ਬਹੁਤ ਇਹਦੇ ਮਤਲਬ ਜਿਹੜੇ ਵਿਜ਼ਨ ਸੀ ਉਹ ਬਹੁਤ ਚੰਗੇ ਸੀ, ਬਟ ਜਦੋਂ ਇਹ ਆਪਦੇ ਵਿਜ਼ਨ ਐਪਲੀਕੇਬਲ ਕਰਦਾ ਸੀ ਤਾਂ ਉਹ ਇਹਦੇ ਰੋਂਗ ਹੋ ਜਾਂਦੇ ਸੀ। ਵਾਈਜ਼ੈਸਟ ਫੂਲ ਇਹਨੂੰ ਕਿਉਂ ਕਿਹਾ ਗਿਆ, ਇਹਨੇ 2-3 ਕੰਮ ਇਹੋ ਜਿਹੇ ਕੀਤੇ ਜਿਹਦੇ ਕਰਕੇ ਇਹ ਬੰਦਾ ਮੂਰਖ, ਮਤਲਬ ਇਹਨੂੰ ਮੂਰਖ ਮੰਨਿਆ ਗਿਆ। ਮੈਡ ਕਿੰਗ ਮਤਲਬ ਪਾਗਲ ਰਾਜਾ, ਇਹਨੂੰ ਲੋਕ ਕਹਿੰਦੇ ਸੀ ਪਾਗਲ ਰਾਜਾ, ਕਿਉਂਕਿ ਇਹਦੇ ਡਿਸੀਜ਼ਨ ਇਹੋ ਜਿਹੇ ਸੀ, ਠੀਕ ਹੈ ਜੀ। ਉਹ ਮੈਂ ਤੁਹਾਨੂੰ ਦੱਸਦਾ ਕਿ ਕਿਹੜੇ ਕਿਹੜੇ ਡਿਸੀਜ਼ਨ ਸੀ। ਸਭ ਤੋਂ ਪਹਿਲਾਂ ਜਿਹੜਾ ਇਹਨੇ ਡਿਸੀਜ਼ਨ ਲਿਆ, ਸ਼ਿਫਟਡ ਦੀ ਕੈਪੀਟਲ ਫਰੋਮ ਦਿੱਲੀ ਟੂ ਦੇਵਗਿਰੀ, ਯਾਨੀ ਕਿ ਦੌਲਤਾਬਾਦ। ਇਹਦਾ ਕੀ ਮਤਲਬ ਆ, ਕਿਉਂਕਿ ਦਿੱਲੀ ਸਲਤਨਤ ਆਪਾਂ ਕਿਉਂ ਕਹਿੰਦੇ ਹਾਂ, ਕਿਉਂਕਿ ਸਾਰਿਆਂ ਦੀ ਜਿਹੜੀ ਕੈਪੀਟਲ ਸੀ, ਰਾਜਧਾਨੀ ਸੀ, ਉਹ ਦਿੱਲੀ ਸੀ। ਜਿੰਨੇ ਵੀ ਕਿੰਗ ਆਏ ਉਹਨਾਂ ਨੇ ਆਪਣੀ ਕੈਪੀਟਲ ਕਿਹੜੀ ਬਣਾਈ, ਦਿੱਲੀ ਬਣਾਈ। ਬਟ ਇਹ ਬੰਦੇ ਨੇ ਇੱਥੋਂ ਸ਼ਿਫਟ ਕਰਤੀ ਕੈਪੀਟਲ। ਸਭ ਤੋਂ ਪਹਿਲਾਂ ਮਤਲਬ ਜਦੋਂ ਇਹ ਥਰੋਨ 'ਤੇ ਬੈਠਿਆ, ਆਪਦੀ ਰਾਜਗੱਦੀ 'ਤੇ ਬੈਠਿਆ, ਸਭ ਤੋਂ ਪਹਿਲਾਂ ਇਹਨੇ ਆਪਦੀ ਦਿੱਲੀ ਤੋਂ ਜਿਹੜੀ ਕੈਪੀਟਲ ਸ਼ਿਫਟ ਕੀਤੀ, ਉਹ ਕੀਤੀ ਦੇਵਗਿਰੀ ਜਾਂ ਦੌਲਤਾਬਾਦ। ਇਹ ਕਿੱਥੇ ਹੈ, ਜੇ ਇਹ ਆਪਣਾ ਇੰਡੀਆ ਦਾ ਮੈਪ ਹੈ, ਇਹਦਾ ਮਤਲਬ ਜਿਹੜਾ ਆਪਾਂ ਨੀਚੇ ਵਾਲਾ ਹਿੱਸਾ ਆਪਾਂ ਦੇਖਦੇ ਹਾਂ, ਠੀਕ ਹੈ ਜੀ। ਤਾਂ ਇੱਥੇ ਇੱਕ ਐਮਪਾਇਰ ਹੈਗਾ, ਵਿਜੇਨਗਰ ਐਮਪਾਇਰ, ਠੀਕ ਹੈ ਜੀ। ਵਿਜੇਨਗਰ ਐਮਪਾਇਰ ਕਿਹਨੇ ਚਲਾਇਆ ਸੀ, ਹਰੀਹਰ ਅਤੇ ਬੁੱਕਾ, 2 ਬ੍ਰਦਰ ਸੀਗੇ, ਹਰੀਹਰ ਬੁੱਕਾ। ਵਿਜੇਨਗਰ ਐਮਪਾਇਰ ਉਹਨਾਂ ਨੇ ਮਤਲਬ ਇੱਕ ਡਿਕਲੇਅਰ ਕਰਤਾ ਸੀ ਆਪਣਾ ਅਲੱਗ। ਜਦੋਂ ਇਹ ਬੰਦੇ ਨੇ ਇੱਥੇ ਆਪਣੀ ਦਿੱਲੀ ਹੈ, ਠੀਕ ਹੈ ਜੀ, ਤਾਂ ਦਿੱਲੀ ਤੋਂ ਇਹਨੇ ਸ਼ਿਫਟ ਕੀਤੀ ਆਪਣੀ ਰਾਜਧਾਨੀ ਦੌਲਤਾਬਾਦ, ਜਿਹਨੂੰ ਆਪਾਂ ਦੇਵਗਿਰੀ ਵੀ ਕਹਿੰਦੇ ਹਾਂ, ਦੌਲਤਾਬਾਦ। ਕਈ ਵਾਰੀ ਆਪਸ਼ਨ ਦੇ ਵਿੱਚ ਤੁਹਾਨੂੰ ਦੇਵਗਿਰੀ ਵੀ ਆ ਜਾਂਦਾ ਅਤੇ ਦੌਲਤਾਬਾਦ ਵੀ ਆ ਜਾਂਦਾ। ਤਾਂ ਦੌਲਤਾਬਾਦ ਇੱਧਰ ਹੈ, ਠੀਕ ਹੈ ਜੀ, ਸਾਊਥ ਵੱਲ ਜਿਹੜਾ ਆਪਾਂ ਕਹਿੰਦੇ ਹਾਂ। ਤਾਂ ਸਾਊਥ ਵੱਲ ਜਦੋਂ ਇਹ ਬੰਦਾ ਗਿਆ, ਜਦੋਂ ਇਹਦੇ ਨਾਲ ਸਾਰੀ ਜਨਤਾ ਗਈ, ਤਾਂ ਅੱਧੀ ਜਨਤਾ ਜਾਣ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ, ਕਿਉਂਕਿ ਬਹੁਤ ਕੁਛ ਉਹਨਾਂ ਨੂੰ ਝੱਲਣਾ ਪਿਆ, ਮੌਸਮ ਦੀ ਮਾਰ ਬਹੁਤ ਝੱਲਣੀ ਪਈ, ਮਤਲਬ ਮੀਂਹ ਝੱਖੜ ਉਹ ਰਾਹ ਦੇ ਵਿੱਚ ਆਇਆ, ਤਾਂ ਅੱਧੀ ਜਨਤਾ ਇਹਦੀ ਜਾਂਦੇ ਜਾਂਦੇ ਇੱਥੇ ਖਤਮ ਹੋ ਗਈ, ਠੀਕ ਹੈ ਜੀ। ਜਦੋਂ ਇਹ ਇੱਥੇ ਪਹੁੰਚਿਆ ਤਾਂ ਇਹ 2 ਭਰਾਵਾਂ ਨੇ, ਹਰੀਹਰ ਅਤੇ ਬੁੱਕਾ ਨੇ, ਆਪਣਾ ਵਿਜੇਨਗਰ ਐਮਪਾਇਰ ਦੀ ਡਿਕਲੇਅਰ ਕਰਤਾ ਕਿ ਇਹ ਸਾਡਾ ਐਮਪਾਇਰ ਹੈ, ਇੱਥੇ ਮਤਲਬ ਕਿਸੇ ਨੂੰ ਵੀ ਪੈਰ ਧਰਨ ਨਹੀਂ ਦਿੱਤਾ ਜਾਊਗਾ। ਜਿਹੜਾ ਦੌਲਤਾਬਾਦ ਇਹ ਬਣਾਉਣ ਨੂੰ ਕਹਿੰਦਾ ਸੀ, ਆਪਣੀ ਜਿਹੜੀ ਕੈਪੀਟਲ ਹੈ, ਤਾਂ ਉਹ ਵੀ ਇਹਦਾ ਪਲਾਨ ਇੱਥੇ ਆ ਕੇ ਕੈਂਸਲ ਹੋ ਗਿਆ। ਫਿਰ ਇਹ ਦੁਬਾਰਾ ਵਾਪਸ ਦਿੱਲੀ ਨੂੰ ਚੱਲ ਪਿਆ, ਠੀਕ ਹੈ ਜੀ। ਤਾਂ ਜਦੋਂ ਦੁਬਾਰਾ ਵਾਪਸ ਦਿੱਲੀ ਨੂੰ ਗਿਆ ਤਾਂ ਅੱਧੀ ਜਨਤਾ ਇਹਦੀ ਆਉਣ ਦੇ ਵਿੱਚ ਮਾਰੀ ਗਈ ਅਤੇ ਅੱਧੀ ਜਨਤਾ ਜਾਣ ਦੇ ਵਿੱਚ। ਤਾਂ ਇਹਨੇ ਬਹੁਤ ਜ਼ਿਆਦਾ ਨੁਕਸਾਨ ਕਰਵਾਇਆ ਜਨਤਾ ਦਾ। ਤਾਂ ਸਭ ਤੋਂ ਮਤਲਬ ਮੂਰਖਤਾ ਵਾਲਾ ਇਹਦਾ ਡਿਸੀਜ਼ਨ ਸੀ ਇਹ, ਜਿਹੜਾ ਆਪਾਂ ਕਹਿੰਦੇ ਹਾਂ ਵੀ ਇਹਨੇ ਆਪਣੀ ਦਿੱਲੀ ਤੋਂ ਦੇਵਗਿਰੀ ਦੌਲਤਾਬਾਦ ਜਿਹੜੀ ਕੈਪੀਟਲ ਸ਼ਿਫਟ ਕਰਵਾਈ। ਇਹ ਕੁਐਸਚਨ ਬਹੁਤ ਵਾਰ ਪੁੱਛਿਆ ਗਿਆ ਕੁਐਸਚਨ ਹੈ ਕਿ ਉਹ ਕਿਹੜਾ ਕਿੰਗ ਸੀ ਜਿਹਨੇ ਆਪਦੀ ਜਿਹੜੀ ਕੈਪੀਟਲ ਸੀ ਦਿੱਲੀ ਤੋਂ ਉਹ ਦੇਵਗਿਰੀ ਬਣਵਾਈ। ਤਾਂ ਮੁਹੰਮਦ ਬਿਨ ਤੁਗਲਕ। ਸਭ ਤੋਂ ਮਤਲਬ ਮੂਰਖਤਾ ਭਰਿਆ ਇਹ ਡਿਸੀਜ਼ਨ ਸੀ ਇਹਦਾ, ਜਿਹੜਾ ਕਿ ਇਹਦੇ ਉੱਤੇ ਰੋਂਗ ਪੈ ਗਿਆ। ਵਿਜ਼ਨ ਇਹਦਾ ਹੈਗਾ ਸੀ, ਵਿਜ਼ਨ ਇਹਦੇ ਚੰਗੇ ਸੀ ਕਿ ਵਿਜ਼ਨ ਇਹਦਾ ਇਹ ਸੀ ਕਿ ਮੈਂ ਆਪਣਾ ਕੁਛ ਅਲੱਗ ਕਰਕੇ ਦਿਖਾਊਂ ਸਾਰੇ ਰਾਜਿਆਂ ਨਾਲੋਂ, ਠੀਕ ਹੈ ਜੀ। ਬਟ ਉਹ ਚੀਜ਼ ਇਹ 'ਤੇ ਉਲਟ ਪੈਂਦੀ ਸੀ, ਠੀਕ ਹੈ ਜੀ। ਜਿਵੇਂ ਕਿ ਇਹਨੇ ਦਿੱਲੀ ਤੋਂ ਦੌਲਤਾਬਾਦ ਇਹਨੇ ਜਿਹੜੀ ਕੈਪੀਟਲ ਸ਼ਿਫਟ ਕੀਤੀ ਤਾਂ ਇਹਨੇ ਮਤਲਬ ਇੱਕ ਚੰਗੇ ਵਿਜ਼ਨ ਦੇ ਲਈ ਸੀ, ਬਟ ਇਹ ਚੀਜ਼ ਇਹਦੇ ਉੱਪਰ ਗਲਤ ਪੈ ਗਈ, ਠੀਕ ਹੈ ਜੀ। ਤਾਂ ਇਹਦਾ ਡਿਸੀਜ਼ਨ ਬਹੁਤ ਗਲਤ ਸੀ। ਇਸ ਤੋਂ ਬਾਅਦ ਇਹਨੇ ਪੇਪਰ ਕਰੰਸੀ ਅਤੇ ਟੋਕਨ ਕਰੰਸੀ ਮਤਲਬ ਜਿਹੜੀ ਇਹਨੇ ਲਾਂਚ ਕੀਤੀ, ਠੀਕ ਹੈ ਜੀ, ਇਹ ਵੀ ਇਹਦੀ ਫੇਲ ਹੋ ਗਈ, ਠੀਕ ਹੈ ਜੀ। ਇਹਨੇ ਮਤਲਬ ਆਪਣੇ ਨੋਟ ਛਾਪੇ, ਜਿਹਨੂੰ ਆਪਾਂ ਕਹਿੰਦੇ ਪੇਪਰ ਕਰੰਸੀ ਛਾਪੀ, ਬਟ ਕਰੰਸੀ ਤਾਂ ਇਹਨੇ ਉਹ ਮਤਲਬ ਲਾਂਚ ਕਰ ਦਿੱਤੀ, ਉਹਦਾ ਮਤਲਬ ਜਿਹੜਾ ਮੁੱਲ ਰੱਖਣਾ ਸੀ ਉਹਦੇ ਵਿੱਚ ਇਹ ਥੋੜ੍ਹਾ ਕਨਫਿਊਜ਼ ਹੋਇਆ, ਠੀਕ ਹੈ ਜੀ। ਉਹ ਇਹ ਸਹੀ ਨਹੀਂ ਰੱਖ ਪਾਇਆ, ਤਾਂ ਉਹ ਜਿਹੜੀ ਕਰੰਸੀ ਇਹਦੀ ਉਹ ਫੇਲ ਹੋ ਗਈ। ਤਾਂ ਇਹ ਵੀ ਇਹਦਾ ਇੱਕ ਬਹੁਤ ਮੂਰਖਤਾ ਭਰਿਆ ਡਿਸੀਜ਼ਨ ਸੀ। ਤਾਂ ਕਰਕੇ ਇਹ ਬੰਦੇ ਨੂੰ ਕੀ ਕਿਹਾ ਜਾਂਦਾ ਸੀ, ਵਾਈਜ਼ੈਸਟ ਫੂਲ ਜਾਂ ਮੈਡ ਕਿੰਗ ਕਿਹਾ ਜਾਂਦਾ ਸੀ, ਕਿਉਂਕਿ ਇਹਦੇ ਵਿਜ਼ਨ ਤਾਂ ਚੰਗਾ ਸੀ। ਮਤਲਬ ਚਾਹੁੰਦਾ ਤਾਂ ਇਹ ਸੀ ਕਿ ਮੇਰਾ ਸਭ ਤੋਂ ਅਲੱਗ ਇੱਕ ਮੇਰਾ ਰੁਤਬਾ ਹੋਵੇ, ਕਿਉਂਕਿ ਇਹ ਪੜ੍ਹਿਆ ਲਿਖਿਆ ਸੀ ਸਭ ਤੋਂ ਵੱਧ, ਠੀਕ ਹੈ ਜੀ। ਵਿਜ਼ਨ ਇਹਦੇ ਕੋਲ ਹੈਗੇ ਸੀ, ਬਟ ਉਹ ਚੀਜ਼ ਇਹ 'ਤੇ ਉਲਟ ਪੈਂਦੀ ਸੀ। ਇਹ ਮਤਲਬ ਜਿਹੜੇ ਇਹਦੇ ਵਿਜ਼ਨ ਸੀ ਉਹ ਡਿਸੀਜ਼ਨ ਇਹਦੇ ਗਲਤ ਜਾਂਦੇ ਸੀ, ਠੀਕ ਹੈ ਜੀ। ਤਾਂ ਕਰਕੇ ਇਹਨੂੰ ਮੈਡ ਕਿੰਗ ਜਾਂ ਵਾਈਜ਼ੈਸਟ ਫੂਲ ਕਿਹਾ ਜਾਂਦਾ ਸੀ। ਇਹ ਤੁਸੀਂ ਯਾਦ ਰੱਖਿਓ, ਬਹੁਤ ਇੰਪੋਰਟੈਂਟ ਹੈ, ਇਹ ਪੁੱਛਿਆ ਜਾਂਦਾ ਬਹੁਤ ਵਾਰ।
ਤਾਂ ਐਂਡ ਦੇ ਉੱਤੇ ਮੈਂ ਇਹਦੇ ਬਾਰੇ ਲਿਖਿਆ ਕਿ ਐਜੂਕੇਟਡ ਐਂਡ ਵਿਜ਼ਨਰੀ ਕਿੰਗ। ਠੀਕ ਹੈ ਜੀ, ਇਹ ਬੰਦਾ ਬਹੁਤ ਪੜ੍ਹਿਆ ਲਿਖਿਆ ਵੀ ਸੀ। ਕਈ ਵਾਰੀ ਇਹ ਕੁਐਸਚਨ ਆ ਜਾਏ ਕਿ ਮੋਸਟ ਐਜੂਕੇਟਡ ਕਿੰਗ ਕੌਣ ਸੀ ਦਿੱਲੀ ਸਲਤਨਤ ਜਿੰਨੀਆਂ ਆਪਣੀਆਂ ਡਾਇਨੈਸਟੀਜ਼ ਹੋਈਆਂ, ਤਾਂ ਮੁਹੰਮਦ ਬਿਨ ਤੁਗਲਕ ਮੋਸਟ ਐਜੂਕੇਟਡ ਸੀ। ਇਹ ਯਾਦ ਰੱਖਿਓ ਤੁਸੀਂ। ਵਿਜ਼ਨ ਇਹਦੇ ਕੋਲੇ ਬਹੁਤ ਜ਼ਿਆਦਾ ਹੁੰਦੇ ਸੀ, ਬਟ ਉਹ ਐਪਲੀਕੇਬਲ ਕਰਨ ਦੇ ਵਿੱਚ ਇਹ ਗਲਤ ਚੱਲਦਾ ਸੀ। ਅਗਲਾ ਜਿਹੜਾ ਆਪਣਾ ਪੁਆਇੰਟ ਹੈ, ਇੰਟਰੋਡਿਊਸ ਐਗਰੀਕਲਚਰ ਡਿਪਾਰਟਮੈਂਟ। ਠੀਕ ਹੈ ਜੀ, ਇਹਨੇ ਇੱਕ ਐਗਰੀਕਲਚਰ ਡਿਪਾਰਟਮੈਂਟ ਵੀ ਇੰਟਰੋਡਿਊਸ ਕੀਤਾ ਸੀ, ਜਿਹਦਾ ਨਾਮ ਇਹਨੇ ਰੱਖਿਆ ਸੀ ਦੀਵਾਨ ਏ ਅਮੀਰ ਕੋਹੀ। ਠੀਕ ਹੈ ਜੀ, ਦੀਵਾਨ ਏ ਅਮੀਰ ਕੋਹੀ, ਇਹ ਯਾਦ ਰੱਖਿਓ, ਪੁੱਛਿਆ ਜਾਂਦਾ ਡਾਇਰੈਕਟ। ਠੀਕ ਹੈ ਜੀ, ਤਾਂ ਐਂਡ ਵਾਲਾ ਜਿਹੜਾ ਆਪਣਾ ਪੁਆਇੰਟ ਹੈ, ਇੱਕ ਟਰੈਵਲਰ ਆਇਆ ਸੀਗਾ। ਇਹ ਕੁਐਸਚਨ ਬਹੁਤ ਵਾਰ ਆਉਂਦਾ ਹੁੰਦਾ ਪੇਪਰਾਂ ਦੇ ਵਿੱਚ ਕਿ ਉਹ ਕਿਹੜਾ ਟਰੈਵਲਰ ਸੀ, ਮਤਲਬ ਇਹ ਕਿਹੜੇ ਕਿੰਗ ਦੇ ਦੌਰਾਨ ਆਇਆ ਸੀ। ਮੋਰੱਕੋ ਤੋਂ ਆਇਆ ਸੀ, ਜਿਹਦਾ ਨਾਮ ਸੀ ਇਬਨ ਬਤੂਤਾ। ਠੀਕ ਹੈ ਜੀ, ਮੋਰੱਕੋ ਤੋਂ ਆਇਆ ਸੀਗਾ ਇਹ ਇਬਨ ਬਤੂਤਾ। ਤਾਂ ਕਿਹਦੇ ਦਰਬਾਰ ਦੇ ਵਿੱਚ ਆਇਆ ਸੀ? ਮੁਹੰਮਦ ਬਿਨ ਤੁਗਲਕ ਦੇ ਦਰਬਾਰ 'ਤੇ। ਕਿੱਥੋਂ ਪਤਾ ਲੱਗਦਾ ਹੈ, ਕੀ ਸਬੂਤ ਹੈ? ਇਹਦੀਆਂ ਦੋ ਬੁੱਕਸ ਨੇ, ਰਿਹਾਲਾ ਅਤੇ ਸਫ਼ਰਨਾਮਾ। ਇਹ ਯਾਦ ਰੱਖਿਓ, ਵੀ ਬੁੱਕਸ ਵੀ ਪੁੱਛੀਆਂ ਜਾਂਦੀਆਂ ਨੇ, ਰਿਹਾਲਾ ਅਤੇ ਸਫ਼ਰਨਾਮਾ। ਇਹ ਦੋ ਬੁੱਕਸ ਦੇ ਵਿੱਚ ਮੁਹੰਮਦ ਬਿਨ ਤੁਗਲਕ ਦੇ ਬਾਰੇ ਲਿਖਿਆ ਹੋਇਆ, ਤਾਂ ਕਰਕੇ ਇੱਥੋਂ ਆਪਾਂ ਨੂੰ ਇਹ ਪ੍ਰੂਫ ਮਿਲਦੇ ਨੇ। ਹਿਸਟਰੀ ਨੂੰ ਲਿਖਣ ਦਾ ਇੱਕ ਰੀਜ਼ਨ ਹੁੰਦਾ। ਠੀਕ ਹੈ ਜੀ, ਮਤਲਬ ਇੱਕ ਪੁਖਤਾ ਪ੍ਰੂਫ ਹੁੰਦੇ ਨੇ ਜਿੱਥੋਂ ਕਿ ਹਿਸਟਰੀ ਆਪਣੀ ਸਾਬਤ ਹੁੰਦੀ ਹੈ ਕਿ ਇਹ ਕਿੰਗ ਵੀ ਮਤਲਬ ਇੱਕ ਐਗਜ਼ਿਸਟ ਕਰਦਾ ਸੀ। ਤਾਂ ਮੁਹੰਮਦ ਬਿਨ ਤੁਗਲਕ ਐਗਜ਼ਿਸਟ ਕਰਨ ਦਾ ਜਿਹੜਾ ਆਪਾਂ ਨੂੰ ਪ੍ਰੂਫ ਮਿਲਦਾ, ਉਹ ਇਹਦੀਆਂ ਦੋ ਬੁੱਕਸ ਤੋਂ ਮਿਲਦਾ। ਇੱਕ ਦਾ ਨਾਮ ਸੀ ਰਿਹਾਲਾ ਅਤੇ ਇੱਕ ਸਫ਼ਰਨਾਮਾ। ਇਬਨ ਬਤੂਤਾ ਦੀਆਂ ਬੁੱਕਸ ਸੀਗੀਆਂ, ਇਹ ਯਾਦ ਰੱਖਿਓ ਤੁਸੀਂ। ਠੀਕ ਹੈ ਜੀ, ਬਹੁਤ ਵਾਰ ਪੁੱਛੀਆਂ ਜਾਂਦੀਆਂ। ਤਾਂ ਇਹ ਜਿਹੜਾ ਮੋਰੱਕੋ ਤੋਂ ਆਇਆ ਸੀ ਇਬਨ ਬਤੂਤਾ, ਕਿਹਦੇ ਦਰਬਾਰ ਦੇ ਵਿੱਚ? ਮੁਹੰਮਦ ਬਿਨ ਤੁਗਲਕ ਦੇ। ਇਹ ਬਹੁਤ ਵਾਰ ਕੁਐਸਚਨ ਪੁੱਛਿਆ ਗਿਆ। ਅਗਲਾ ਜਿਹੜਾ ਤੁਗਲਕ ਡਾਇਨੈਸਟੀ ਦਾ ਕਿੰਗ ਹੈ, ਮੋਸਟ ਇਫੈਕਟਿਵ ਸੁਲਤਾਨ ਜਿਹਨੂੰ ਆਪਾਂ ਕਹਿ ਸਕਦੇ ਹਾਂ, ਤਾਂ ਇਹ ਹੈ ਫਿਰੋਜ਼ ਸ਼ਾਹ ਤੁਗਲਕ। ਬਹੁਤ ਇੰਪੋਰਟੈਂਟ ਹੈ। ਠੀਕ ਹੈ ਜੀ, ਫਿਰੋਜ਼ ਸ਼ਾਹ ਤੁਗਲਕ, ਇਹਦੇ ਬਾਰੇ ਬਹੁਤ ਕੁਐਸਚਨ ਆਉਂਦੇ ਨੇ। ਸਭ ਤੋਂ ਪਹਿਲਾਂ ਇਹਨੇ ਮਤਲਬ ਜਦੋਂ ਇਹ ਥਰੋਨ ਦੇ ਉੱਤੇ ਬੈਠਾ ਤਾਂ ਇਹਨੇ ਇੱਕ ਸਿਟੀ ਇਸਟੈਬਲਿਸ਼ਡ ਕੀਤੀ। ਠੀਕ ਹੈ ਜੀ, ਜਿਹਦਾ ਨਾਮ ਰੱਖਿਆ ਜੌਨਪੁਰ। ਠੀਕ ਹੈ ਜੀ, ਜੌਨਪੁਰ ਇੱਕ ਸਿਟੀ ਇਸਟੈਬਲਿਸ਼ ਕੀਤੀ ਕਿਹਦੀ ਯਾਦ ਦੇ ਵਿੱਚ? ਜੌਨਾ ਖਾਨ। ਜੌਨਾ ਖਾਨ ਕੌਣ ਸੀ? ਮੁਹੰਮਦ ਬਿਨ ਤੁਗਲਕ। ਮੁਹੰਮਦ ਬਿਨ ਤੁਗਲਕ ਦੀ ਯਾਦ ਦੇ ਵਿੱਚ ਇਹਨੇ ਇੱਕ ਜੌਨਪੁਰ ਸਿਟੀ ਬਣਵਾਈ। ਠੀਕ ਹੈ ਜੀ, ਅਤੇ ਇਹ ਸਿਟੀ ਨੂੰ ਅੱਜ ਕੱਲ੍ਹ ਕੀ ਕਿਹਾ ਜਾਂਦਾ ਹੈ? ਸਿਰਾਜ ਏ ਹਿੰਦ। ਤਾਂ ਇਹ ਸਵਾਲ ਬਹੁਤ ਵਾਰ ਆਇਆ ਹੋਇਆ ਕਿ ਸਿਰਾਜ ਏ ਹਿੰਦ ਕਿਹੜੀ ਸਿਟੀ ਦਾ ਨਾਮ ਹੈ? ਤਾਂ ਜੌਨਪੁਰ ਦਾ ਨਾਮ ਹੈ। ਇਹ ਯਾਦ ਰੱਖਿਓ, ਬਹੁਤ ਇੰਪੋਰਟੈਂਟ ਫੈਕਟ ਹੈ। ਠੀਕ ਹੈ ਜੀ, ਤਾਂ ਆਪਾਂ ਪੁਆਇੰਟ ਟੂ ਪੁਆਇੰਟ ਗੱਲ ਕਰ ਰਹੇ ਹਾਂ। ਠੀਕ ਹੈ ਜੀ, ਇਹਦੇ 'ਚ ਆਪਾਂ ਫਾਲਤੂ ਤੁਹਾਡੇ ਲਈ ਇਨਫੋਰਮੇਸ਼ਨ ਨਹੀਂ ਲੈ ਕੇ ਆ ਰਹੇ। ਜਿੱਥੋਂ ਕੁਐਸਚਨ ਹਰ ਵਾਰ ਆਉਂਦਾ ਤੁਸੀਂ ਚੈੱਕ ਵੀ ਕਰ ਸਕਦੇ ਹੋ, ਪੇਪਰ ਤੁਸੀਂ ਚੱਕ ਸਕਦੇ ਹੋ। ਇਹ ਕੁਐਸਚਨ ਪੁੱਛੇ ਗਏ ਨੇ ਵਾਰ-ਵਾਰ, ਅਤੇ ਅੱਗੇ ਵੀ ਤੁਹਾਨੂੰ ਇਹ ਪੁੱਛੇ ਜਾਣਗੇ ਜੇ ਮੈਡੀਵਲ ਹਿਸਟਰੀ ਦੇ ਵਿੱਚੋਂ ਕੁਐਸਚਨ ਆਉਂਦਾ ਹੈ। ਠੀਕ ਹੈ ਜੀ, ਤਾਂ SST ਮਾਸਟਰ ਕੇਡਰ ਦੇ ਲਈ ਤੁਹਾਨੂੰ ਇਹ ਚੀਜ਼ ਪੂਰੇ ਡਿਟੇਲ ਦੇ ਵਿੱਚ ਪੜ੍ਹਨੀ ਪਊਗੀ। ਠੀਕ ਹੈ ਜੀ, ਤਾਂ ਇਹ ਉਹ ਪੁਆਇੰਟ ਨੇ ਜਿਹੜੇ ਮੈਂ ਪੂਰੇ ਐਨਾਲਿਸਿਸ ਕਰਕੇ ਪੂਰੀ ਡਿਟੇਲ ਦੇ ਵਿੱਚ ਤੁਹਾਡੇ ਲਈ ਲੈ ਕੇ ਆਇਆ। ਠੀਕ ਹੈ ਜੀ, ਤਾਂ ਇਹਨੂੰ ਤੁਸੀਂ ਨੋਟ ਡਾਊਨ ਕਰ ਲਿਓ, ਨੋਟਸ ਆਪਣੇ ਖੁਦ ਬਣਾਓ। ਮੈਂ ਵਾਰ-ਵਾਰ ਸਟੂਡੈਂਟਸ ਨੂੰ ਇਹੀ ਰਿਕਮੈਂਡ ਕਰਦਾ ਕਿ ਕਿਸੇ 'ਤੇ ਡਿਪੈਂਡ ਨਾ ਰਹੋ ਨੋਟਸ ਲੈਣ ਦੇ ਲਈ। ਨੋਟਸ ਆਪਣੇ ਖੁਦ ਤਿਆਰ ਕਰੋ, ਕਿਉਂਕਿ ਜਦੋਂ ਤੁਸੀਂ ਤਿਆਰ ਕਰੋਗੇ ਤਾਂ ਅੱਧੀ ਤਿਆਰੀ ਤਾਂ ਤੁਹਾਡੀ ਉਸੇ ਟਾਈਮ ਹੀ ਹੋ ਜਾਣੀ ਹੈ। ਠੀਕ ਹੈ ਜੀ, ਬਾਕੀ ਉਹ ਤੁਹਾਡੇ ਖੁਦ ਦੇ ਨੋਟਸ ਹੋਣਗੇ, ਤੁਹਾਨੂੰ ਉਹਦੇ ਪੂਰਾ ਮਤਲਬ ਵਿਸ਼ਵਾਸ ਹੋਊਗਾ। ਠੀਕ ਹੈ ਜੀ, ਤਾਂ ਇਹ ਚੀਜ਼ ਬਹੁਤ ਵੱਡੀ ਹੁੰਦੀ ਹੈ। ਤਾਂ ਤੁਸੀਂ ਜਿਹੜੇ ਆਪਣੇ ਨੋਟਸ ਹੈ ਉਹ ਤੁਸੀਂ ਖੁਦ ਤਿਆਰ ਕਰੋ, ਤੁਸੀਂ ਕਿਸੇ 'ਤੇ ਡਿਪੈਂਡ ਨਾ ਹੋ। ਤਾਂ ਇਹ ਚੀਜ਼ ਨਾਲ ਨਾਲ ਤੁਸੀਂ ਇਹਨੂੰ ਨੋਟ ਡਾਊਨ ਕਰਦੇ ਜਾਓ। ਜਿਹੜਾ ਮੈਂ ਬੋਲਦਾ ਇਸ ਤੋਂ ਇਲਾਵਾ ਇਨਫੋਰਮੇਸ਼ਨ ਉਹ ਵੀ ਤੁਸੀਂ ਨਾਲ ਨੋਟ ਡਾਊਨ ਕਰਦੇ ਜਾਇਆ ਕਰੋ। ਤਾਂ ਸਿਰਾਜ ਏ ਹਿੰਦ, ਠੀਕ ਹੈ ਜੀ, ਜੌਨਪੁਰ ਨੂੰ ਕਿਹਾ ਜਾਂਦਾ, ਜਿਹੜੀ ਕਿ ਮੁਹੰਮਦ ਬਿਨ ਤੁਗਲਕ ਦੀ ਯਾਦ ਦੇ ਵਿੱਚ ਇਹਨੇ ਸਿਟੀ ਇਸਟੈਬਲਿਸ਼ ਕੀਤੀ ਹੈ। ਤਾਂ ਇਹ ਤੁਸੀਂ ਯਾਦ ਰੱਖਿਓ। ਦੋ ਇਹਨੇ ਡਿਪਾਰਟਮੈਂਟ ਇੰਟਰੋਡਿਊਸ ਕੀਤੀ ਹੈ, ਇੱਕ ਤਾਂ ਹੈਗਾ ਦੀਵਾਨ ਏ ਬੰਦਗਾਨ, ਇੱਕ ਹੈ ਦੀਵਾਨ ਏ ਖੈਰਾਤ। ਇਹ ਵੈਸੇ ਹੀ ਪੁੱਛੇ ਜਾਂਦੇ ਨੇ, ਬਸ ਤੁਸੀਂ ਯਾਦ ਰੱਖਣੇ ਆ। ਦੀਵਾਨ ਏ ਬੰਦਗਾਨ ਅਤੇ ਦੀਵਾਨ ਏ ਖੈਰਾਤ ਕਿਹਨੇ ਇੰਟਰੋਡਿਊਸ ਕੀਤੇ ਹੈ? ਫਿਰੋਜ਼ ਸ਼ਾਹ ਤੁਗਲਕ ਨੇ। ਬਹੁਤ ਇੰਪੋਰਟੈਂਟ ਨੇ। ਅਗਲਾ ਜਿਹੜਾ ਆਪਣਾ ਪੁਆਇੰਟ ਹੈ, ਫਿਰੋਜ਼ ਸ਼ਾਹ ਤੁਗਲਕ ਹੈਵ ਮੈਨੀ ਸਲੇਵਸ। ਜੇ ਤੁਹਾਨੂੰ ਕੁਐਸਚਨ ਆਵੇ ਕਿ ਦਿੱਲੀ ਸਲਤਨਤ ਦੇ ਵਿੱਚ ਸਭ ਤੋਂ ਜ਼ਿਆਦਾ ਸਲੇਵਸ ਕੌਣ? ਗੁਲਾਮ। ਠੀਕ ਹੈ ਜੀ, ਸਭ ਤੋਂ ਜ਼ਿਆਦਾ ਗੁਲਾਮ ਕਿਹੜੇ ਰਾਜੇ ਕੋਲ ਸੀ? ਤਾਂ ਉਹ ਸੀਗੇ ਫਿਰੋਜ਼ ਸ਼ਾਹ ਤੁਗਲਕ ਦੇ ਕੋਲ। ਇਹ ਯਾਦ ਰੱਖਿਓ, ਬਹੁਤ ਇੰਪੋਰਟੈਂਟ ਫੈਕਟ ਹੈ, ਬਹੁਤ ਵਾਰ ਪੁੱਛਿਆ ਗਿਆ ਕਿ ਸਭ ਤੋਂ ਜ਼ਿਆਦਾ ਸਲੇਵ ਰੱਖਣ ਵਾਲਾ ਰਾਜਾ ਕੌਣ ਸੀ? ਫਿਰੋਜ਼ ਸ਼ਾਹ ਤੁਗਲਕ। ਇਹਦੇ ਕੋਲ ਸਭ ਤੋਂ ਵੱਧ ਮਤਲਬ ਗੁਲਾਮ ਸੀਗੇ। ਅਗਲਾ ਜਿਹੜਾ ਆਪਣਾ ਫੈਕਟ ਹੈ, 5th ਸਟੋਰੀ ਆਫ ਕੁਤਬ ਮੀਨਾਰ ਬਿਲਟ ਬਾਈ ਹਿਮ। ਕੁਤਬ ਮੀਨਾਰ ਦੀ 5ਵੀਂ ਮੰਜ਼ਿਲ ਫਿਰੋਜ਼ ਸ਼ਾਹ ਤੁਗਲਕ ਨੇ ਬਣਵਾਈ ਹੈ। 3 ਜਣੇ ਐਸੋਸੀਏਟਡ ਨੇ ਆਪਣੇ ਕੁਤਬ ਮੀਨਾਰ ਦੇ ਨਾਲ। ਸਭ ਤੋਂ ਪਹਿਲਾਂ ਤਾਂ ਕੁਤਬਦੀਨ ਐਬਕ, ਜਿਹਨੇ ਕਿ ਕੁਤਬੁਦੀਨ ਬਖਤਿਆਰ ਕਾਕੀ ਦੀ ਯਾਦ ਦੇ ਵਿੱਚ ਕੁਤਬ ਮੀਨਾਰ ਬਣਵਾਇਆ, ਬਟ ਉਹਨੇ ਪੂਰਾ ਨਹੀਂ ਕਰਵਾਇਆ ਸੀ। ਪੂਰਾ ਕਿਹਨੇ ਕਰਵਾਇਆ ਸੀ? ਇਲਤੁਤਮਿਸ਼ ਨੇ। ਇਸ ਤੋਂ ਬਾਅਦ ਤੀਸਰਾ ਕਿੰਗ ਇਹ ਹੈ ਫਿਰੋਜ਼ ਸ਼ਾਹ ਤੁਗਲਕ, ਜਿਹਨੇ ਇਹਦੀ 5th ਸਟੋਰੀ ਬਣਵਾਈ ਸੀ। ਇਹ ਯਾਦ ਰੱਖਿਓ, ਬਹੁਤ ਇੰਪੋਰਟੈਂਟ ਫੈਕਟ ਹੈ, ਪੁੱਛਿਆ ਜਾਂਦਾ। ਅਗਲਾ ਜਿਹੜਾ ਆਪਣਾ ਫੈਕਟ ਹੈ, ਅਸ਼ੋਕ ਦੀਆਂ ਜਿਹੜੇ ਸ਼ਿਲਾਲੇਖ ਸੀਗੇ, ਠੀਕ ਹੈ ਜੀ, ਅਸ਼ੋਕ ਦੇ ਸ਼ਿਲਾਲੇਖ, ਇਹਦੀਆਂ ਇਨਸਕ੍ਰਿਪਸ਼ਨਸ ਨੇਪਾਲ ਤੋਂ ਇੰਡੀਆ ਕੌਣ ਲੈ ਕੇ ਆਇਆ ਸੀ? ਫਿਰੋਜ਼ ਸ਼ਾਹ ਤੁਗਲਕ ਲੈ ਕੇ ਆਇਆ ਸੀ। ਇਹ ਵੀ ਬਹੁਤ ਇੰਪੋਰਟੈਂਟ ਫੈਕਟ ਹੈ, ਯਾਦ ਰੱਖਿਓ। ਠੀਕ ਹੈ ਜੀ, ਤਾਂ ਲਾਸਟ 'ਤੇ ਮੈਂ ਇੱਕ ਪੁਆਇੰਟ ਜਿਹੜਾ ਇਹ ਮੈਂ ਮੈਂਸ਼ਨ ਕੀਤਾ ਇਹ ਤਾਂ ਕਰਕੇ
ਕਿ ਤੁਹਾਨੂੰ ਇਹ ਕੁਐਸਚਨ ਵੀ ਕਿਉਂਕਿ ਬਹੁਤ ਵਾਰ ਪੁੱਛਿਆ ਜਾਂਦਾ ਹੈ ਕਿ ਸਭ ਤੋਂ ਵੱਧ ਕਿਹੜੀ ਡਾਇਨੈਸਟੀ ਨੇ ਰਾਜ ਕੀਤਾ ਹੈ, ਇਹ 5 ਡਾਇਨੈਸਟੀਜ਼ ਦੇ ਵਿੱਚੋਂ, ਤਾਂ ਉਹ ਕੀਤਾ ਆਪਣਾ ਤੁਗਲਕ ਡਾਇਨੈਸਟੀ ਨੇ। ਜੇ ਤੁਹਾਨੂੰ ਆਪਸ਼ਨ ਦੇ ਵਿੱਚ ਇਹ ਆਵੇ ਤਾਂ ਤੁਗਲਕ ਡਾਇਨੈਸਟੀ ਨੇ ਸਭ ਤੋਂ ਲੌਂਗ ਟਾਈਮ ਆਪਣੇ 'ਤੇ ਰਾਜ ਕੀਤਾ ਹੈ ਅਤੇ ਸਭ ਤੋਂ ਘੱਟ ਟਾਈਮ ਰਾਜ ਕੀਤਾ ਹੈ ਖਿਲਜੀ ਵੰਸ਼ ਨੇ। ਇਹ ਯਾਦ ਰੱਖਿਓ, ਠੀਕ ਹੈ ਜੀ। ਤਾਂ ਇਹ ਆਪਣਾ ਅੱਜ ਦੀ ਜਿਹੜੀ ਡਾਇਨੈਸਟੀ ਸੀਗੀ ਤੁਗਲਕ ਡਾਇਨੈਸਟੀ, ਇਹਦੇ ਵਿੱਚੋਂ ਜਿੰਨੇ ਵੀ ਪੁਆਇੰਟ ਟੂ ਪੁਆਇੰਟ ਆਪਾਂ ਇਹਦੇ ਵਿੱਚ ਗੱਲ ਕੀਤੀ ਹੈ, ਜਿੰਨੇ ਵੀ ਇੰਪੋਰਟੈਂਟ ਫੈਕਟ ਸੀ ਉਹ ਮੈਂ ਤੁਹਾਡੇ ਸਾਰੇ ਕਵਰ ਕਰਵਾ ਦਿੱਤੇ ਨੇ, ਠੀਕ ਹੈ ਜੀ। ਇਹਨੂੰ ਨੋਟ ਡਾਊਨ ਕਰ ਲਿਓ, ਤਾਂ ਆਪਣੇ ਨੋਟਸ ਖੁਦ ਬਣਾਓ ਅਤੇ ਤਿਆਰੀ ਆਪਣੀ ਵਧੀਆ ਰੱਖੋ, ਠੀਕ ਹੈ ਜੀ। ਕਿਉਂਕਿ ਪੇਪਰ ਹੈ ਜਿਹੜਾ ਉਹ ਕਿਸੇ ਵੀ ਟਾਈਮ ਤੁਹਾਡੀ ਜਿਹੜੀ ਡੇਟ ਹੈ ਅਨਾਊਂਸ ਹੋ ਸਕਦੀ ਹੈ। ਪੇਪਰ ਦੀ ਵੇਟ ਨਾ ਕਰੋ ਕਿ ਪੇਪਰ ਦੀ ਡੇਟ ਕਦੋਂ ਅਨਾਊਂਸ ਹੋਣੀ ਹੈ, ਠੀਕ ਹੈ ਜੀ। ਜੇਕਰ ਤੁਸੀਂ 4-5 ਮੰਥ ਪਹਿਲਾਂ ਆਪਣੀ ਤਿਆਰੀ ਰੱਖੋਗੇ ਤਾਂ ਕਿਤੇ ਤੁਸੀਂ ਵਧੀਆ ਮਤਲਬ ਸਕੋਰ ਕਰ ਸਕਣਾ SST ਮਾਸਟਰ ਕੈਡਰ ਦੇ ਵਿੱਚੋਂ, ਕਿਉਂਕਿ ਕੰਪੀਟੀਸ਼ਨ ਬਹੁਤ ਹਾਰਡ ਹੈ। ਜੇਕਰ ਤੁਸੀਂ ਇਹ ਚਾਹੁੰਦੇ ਹੋ ਕਿ ਜਦੋਂ 1 ਮੰਥ ਰਹਿ ਗਿਆ ਪੇਪਰ ਦੇ ਵਿੱਚ ਜਾਂ ਜਦੋਂ ਪੇਪਰ ਦੀ ਡੇਟ ਅਨਾਊਂਸ ਹੋਊਗੀ ਮੈਂ ਉਦੋਂ ਤਿਆਰੀ ਕਰਨ ਲੱਗਣਾ, ਤਾਂ ਉਹ ਤੁਹਾਡੀ ਬਹੁਤ ਵੱਡੀ ਗਲਤੀ ਹੋਊਗੀ, ਠੀਕ ਹੈ ਜੀ। ਤਾਂ ਤੁਸੀਂ ਪੇਪਰ ਦੇ ਵਿੱਚੋਂ ਰਹਿ ਸਕਦੇ ਹੋ, ਠੀਕ ਹੈ ਜੀ। ਇਹਦੇ ਵਿੱਚ ਕੋਈ ਮਤਲਬ ਦੋ ਕਥਨੀ ਨਹੀਂ, ਇਹ ਸਹੀ ਬਿਲਕੁਲ ਸਹੀ ਇਨਫੋਰਮੇਸ਼ਨ ਹੈ ਕਿ ਜੇਕਰ ਤੁਸੀਂ 6 ਮੰਥ ਪਹਿਲਾਂ ਜਾਂ ਆਪਣੀ ਤਿਆਰੀ ਵਧੀਆ ਤਰੀਕੇ ਨਾਲ ਤੁਸੀਂ ਰੱਖਦੇ ਹੋ ਤਾਂ ਫਿਰ ਤੁਸੀਂ ਆਪਣੇ ਵਧੀਆ ਪੇਪਰ ਦੇ ਵਿੱਚ ਕਰੈਕ ਤੁਸੀਂ ਪੇਪਰ ਨੂੰ ਕਰ ਸਕੋਗੇ ਅਤੇ ਸਕੋਰ ਵਧੀਆ ਕਰ ਸਕੋਗੇ, ਠੀਕ ਹੈ ਜੀ। ਤਾਂ ਇਹ ਤੁਹਾਨੂੰ ਇੱਕ ਸੁਜੈਸ਼ਨ ਹੈ, ਠੀਕ ਹੈ ਜੀ। ਤਾਂ ਤਿਆਰੀ ਆਪਣੀ ਵਧੀਆ ਤਰੀਕੇ ਨਾਲ ਰੱਖੋ। ਜੇਕਰ ਤੁਹਾਨੂੰ ਵੀਡੀਓ ਚੰਗੇ ਲੱਗਦੇ ਨੇ ਉਹਨੂੰ ਲਾਈਕ ਜ਼ਰੂਰ ਕਰਦਿਆ ਕਰੋ, ਅੱਗੇ ਸ਼ੇਅਰ ਕਰਦਿਆ ਕਰੋ ਤਾਂ ਕਿ ਕਿਸੇ ਹੋਰ ਦਾ ਵੀ ਫਾਇਦਾ ਹੋ ਸਕੇ। ਅਤੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਕਮੈਂਟ ਜ਼ਰੂਰ ਤੁਸੀਂ ਮਤਲਬ ਆਪਣੀ ਰਾਏ ਜ਼ਰੂਰ ਦਿਆ ਕਰੋ ਤਾਂ ਕਿ ਸਾਨੂੰ ਪਤਾ ਲੱਗੇ ਕਿ ਕਿਹੋ ਜਿਹਾ ਕੰਟੈਂਟ ਤੁਹਾਨੂੰ ਤੁਸੀਂ ਚਾਹੁੰਦੇ ਹੋ ਜਾਂ ਤੁਸੀਂ ਕਿਹੋ ਜਿਹੀ ਤਿਆਰੀ ਕਰਨਾ ਚਾਹੁੰਦੇ ਹੋ, ਠੀਕ ਹੈ ਜੀ। ਤਾਂ ਉਹ ਕੰਟੈਂਟ ਅਸੀਂ ਤੁਹਾਡੇ ਲਈ ਪ੍ਰੋਵਾਈਡ ਤੁਹਾਨੂੰ ਕਰ ਸਕੀਏ, ਠੀਕ ਹੈ ਜੀ। ਤਾਂ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਆ ਕਰੋ। ਤਾਂ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਚੰਗੀ ਲੱਗੀ ਤਾਂ ਇਹਨੂੰ ਲਾਈਕ ਜ਼ਰੂਰ ਕਰਿਓ, ਠੀਕ ਹੈ ਜੀ। ਤਾਂ ਅੱਜ ਦੀ ਜਿਹੜੀ ਵੀਡੀਓ ਇਹਦਾ ਆਪਾਂ ਇੱਥੇ ਐਂਡ ਕਰਦੇ ਹਾਂ। ਅੱਜ ਦੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ।